ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਸੋ ਆਓ ਜੋ ਕਿ ਦੀਵਾਲੀ ਦਾ ਇੱਕ ਵਿਸ਼ਾ ਹੈ ਜੋ ਭਾਰਤ ਦੇ ਵਿੱਚ ਬੜੇ ਧੂਮ-ਧਾਮ ਦੇ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ ਤੇ ਜੋ ਆਪਾਂ ਇਸ ਤੇ ਵਿਚਾਰ ਕਰਨੀ ਹੈ ਕਿ ਇਹ ਸਿੱਖਾਂ ਦਾ ਤਿਉਹਾਰ ਹੈ ਕਿ ਇਹ ਸਿੱਖਾਂ ਨੂੰ ਮਨਾਉਣਾ ਚਾਹੀਦਾ ਹੈ। ਦੀਵਾਲੀ ਦਾ ਸਿੱਖ ਧਰਮ ਦੇ ਨਾਲ ਕੀ ਸੰਬੰਧ ਹੈ ਤੇ ਜੇ ਇਸ ਦੇ ਨਾਲ ਕੋਈ ਸੰਬੰਧ ਹੈ ਤੇ ਸਿੱਖ ਇੱਕ ਵੱਖਰੀ ਕੌਮ ਕਿਸ ਤਰ੍ਹਾਂ ਹੈ, ਕਿਉਂਕਿ ਜੋ ਦਿਨ ਤਿਉਹਾਰ ਸਭ ਇਸ ਤਰ੍ਹਾਂ ਹਿੰਦੂ ਧਰਮ ਦੇ ਨਾਲ ਜਾਂ ਦੂਸਰੇ ਧਰਮਾਂ ਦੇ ਨਾਲ ਜੋ ਮਨਾਏ ਜਾਂਦੇ ਹਨ ਤੇ ਸਿੱਖਾਂ ਦਾ ਤਿਉਹਾਰ ਕਿਹੜਾ ਹੈ। ਸੋ ਆਓ ਇਸ ਤੇ ਵਿਚਾਰ ਕਰੀਏ ਕਿ ਸਭ ਤੋਂ ਪਹਿਲਾਂ ਦੱਸ ਦਈਏ ਜੋ ਦੀਵਾਲੀ ਦਾ ਤਿਉਹਾਰ ਹੈ ਇਹ ਮੰਨੂ ਦਾ ਤਿਉਹਾਰ ਆ, ਭਾਵ ਸਿੱਖ ਧਰਮ ਦੇ ਨਾਲ ਇਸ ਦਾ ਕੋਈ ਦੂਰ ਤੱਕ ਸੰਬੰਧ ਨਹੀਂ ਹੈ। ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਇਹ ਪਤਾ ਨਹੀਂ, ਗਿਆਨ ਨਹੀਂ, ਤੇ ਉਹ ਵੀ ਕਹਿ ਦਿੰਦੇ ਨੇ ਕਿ ਸਿੱਖਾਂ ਦਾ ਦੀਵਾਲੀ ਇੱਕ ਪਵਿੱਤਰ ਤਿਉਹਾਰ ਹੈ ਜੋ ਕਿ ਦੀਵਾਲੀ ਦੇ ਨਾਲ ਦੂਰ ਦੂਰ ਤੱਕ ਕੋਈ ਸਾਂਝ ਨਹੀਂ। ਜੋ ਸਿੱਖ ਧਰਮ ਇੱਕ ਵੱਖਰਾ ਧਰਮ ਹੈ, ਵੱਖਰੀ ਕੌਮ ਹੈ, ਕਿਉਂਕਿ ਦੀਵਾਲੀ ਦਾ ਹਿੰਦੂ ਧਰਮ ਦੇ ਨਾਲ ਸੰਬੰਧ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਰਾਮ ਚੰਦਰ ਜੀ ਬਨਵਾਸ ਕੱਟ ਕੇ ਆਏ ਆ ਤੇ ਲੋਕਾਂ ਨੇ ਖੁਸ਼ੀ ਦੇ ਵਿੱਚ ਦੀਵੇ ਜਗਾਏ ਆ ਤੇ ਉਸ ਤੋਂ ਬਾਅਦ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਪਰ ਦੁਨੀਆ ਭਰ ਦੇ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਕਿਉਂਕਿ ਸਿੱਖ ਧਰਮ ਦੇ ਵਿੱਚ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ। ਜਿਸ ਸਮੇਂ ਗਵਾਲੀਅਰ ਦੇ ਵਿੱਚੋਂ 6ਵੇਂ ਪਾਤਸ਼ਾਹ ਜੋ 52 ਰਾਜਿਆਂ ਨੂੰ ਰਿਹਾ ਕਰਕੇ ਉਸ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ ਹੈ ਤੇ ਲੋਕਾਂ ਨੇ ਖੁਸ਼ੀ ਦੇ ਵਿੱਚ ਦੀਵੇ ਜਗਾਏ ਸਨ। ਉਸ ਸਮੇਂ ਦੇ ਵਿੱਚ 52 ਰਾਜਿਆਂ ਦੇ ਰਾਜੇ ਸਨ, ਉਹਨਾਂ ਦੇ ਵਜ਼ੀਰ ਸਨ ਅਤੇ ਹੋਰ ਉਹਨਾਂ ਦੇ ਨਾਲ ਬਹੁਤ ਸਾਰੇ ਜੋ ਆਦਮੀ ਸਨ ਉਹ ਗਵਾਲੀਅਰ ਕਿਲ੍ਹੇ ਦੇ ਵਿੱਚ ਕੈਦ ਸਨ। ਜਿਵੇਂ 22 ਧਾਰ ਦੇ ਰਾਜੇ ਸਨ, ਪਹਾੜੀ ਰਾਜੇ ਸਨ, ਤੋ ਜਿਸ ਦੇਸ਼ ਦੇ ਵਿੱਚੋਂ ਆਏ ਸਨ ਉਹਨਾਂ ਨੂੰ ਖੁਸ਼ੀ ਦੇ ਵਿੱਚ ਉੱਥੋਂ ਦੀ ਜਨਤਾ ਨੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਖੁਸ਼ੀ ਮਨਾਈ ਹੈ, ਜਿਸ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਹਰ ਇੱਕ ਥਾਂ ਦੇ ਵਿੱਚ ਹਰ ਇੱਕ ਆਪਣੇ ਆਪਣੇ ਰਾਜ ਦੇ ਵਿੱਚ ਦੇਸੀ ਘਿਓ ਦੇ ਦੀਵੇ ਜਗਾਏ। ਇਸ ਕਰਕੇ ਇਹ ਦੁਨੀਆ ਭਰ ਦੇ ਵਿੱਚ ਤਿਉਹਾਰ ਪ੍ਰਸਿੱਧ ਹੋ ਗਿਆ। ਪਰ ਸਿੱਖ ਧਰਮ ਦੇ ਵਿੱਚ ਦੀਵਾਲੀ ਦਾ ਕੋਈ ਸੰਬੰਧ ਨਹੀਂ। ਇਹ ਬੰਦੀ ਛੋੜ ਦਿਵਸ ਦੀ ਖੁਸ਼ੀ ਦੇ ਵਿੱਚ ਜੋ ਦੀਵਾਲੀ ਤੋਂ ਬਾਅਦ ਆਉਂਦਾ ਹੈ, ਇਸ ਖੁਸ਼ੀ ਦੇ ਵਿੱਚ ਦੀਵੇ ਜਗਾਏ ਸਨ। ਪਰ ਕੁਛ ਸ਼ਰਾਰਤੀ ਅਨਸਰਾਂ ਨੇ ਇਹਨਾਂ ਦਾ ਰਲ ਕੁੱਬਾ ਕਰ ਦਿੱਤਾ ਹੈ ਕਿ ਹਿੰਦੂ ਤੇ ਸਿੱਖਾਂ ਨੂੰ ਇੱਕ ਤਿਉਹਾਰ ਮਨਾਉਣ ਵਾਸਤੇ ਇਹਨਾਂ ਨੇ ਮਜਬੂਰ ਕਰਤਾ ਹੈ ਕਿ ਇਹ ਇਹਨਾਂ ਦੀ ਕੁਝੀਆਂ ਸਿਆਸਤਾਂ ਸਨ ਕਿ ਸਿੱਖ ਧਰਮ ਵੀ ਸਾਡੇ ਧਰਮ ਦੇ ਵਿੱਚ ਨਾਲ ਰਲ ਜਾਵੇ ਕਿ ਅਸੀਂ ਇੱਕੋ ਜਿਹੇ ਦਿਨ ਤਿਉਹਾਰ ਮਨਾਈਏ। ਕਿਉਂਕਿ ਰਾਮ ਚੰਦਰ ਜੀ ਇੱਕ ਅਯੁੱਧਿਆ ਦੇ ਰਾਜੇ ਸਨ, ਰਾਜੇ ਦੇ ਪੁੱਤਰ ਸਨ, ਦਸ਼ਰਥ ਦੇ ਪੁੱਤਰ ਸਨ।
ਸਿਰਫ ਉਹ ਇੱਕ ਆਪਣੇ ਰਾਜ ਦੇ ਵਿੱਚ ਹੀ ਦੀਵੇ ਜਗਾ ਸਕਦੇ ਸਨ। ਤੇ ਪਰ ਬੰਦੀ ਛੋੜ ਦਿਵਸ ਦੇ ਵਿੱਚ ਜਦੋਂ 22 ਧਾਰ ਦੇ ਰਾਜੇ ਸਨ, 52 ਰਾਜੇ ਸਨ, ਉਹਨਾਂ ਦੇ ਅਹਿਲਕਾਰ, ਵਜ਼ੀਰ, ਹੋਰ ਬਹੁਤ ਸਾਰੇ ਉੱਥੇ ਲੋਕ ਜਿਹੜੇ ਨਾਲ ਕੈਦੀ ਸਨ। ਜਿਵੇਂ ਜਿਵੇਂ ਰਾਜਿਆਂ ਨੂੰ ਛੱਡਿਆ ਗਿਆ ਤੇ ਉਹ ਆਪੋ ਆਪਣੇ ਰਾਜਾਂ ਦੇ ਵਿੱਚ ਉਹਨਾਂ ਨੇ ਖੁਸ਼ੀ ਮਨਾਈ ਹੈ, ਗੁਰੂ ਸਾਹਿਬ ਦਾ ਵੀ ਧੰਨਵਾਦ ਕੀਤਾ। ਤੇ ਪਰ ਸਾਡਾ ਦੀਵਾਲੀ ਦੇ ਨਾਲ ਕੋਈ ਸੰਬੰਧ ਨਹੀਂ। ਸੋ ਦੱਸਿਆ ਜਾਂਦਾ ਹੈ ਕਿ ਦੀਵਾਲੀ ਵਾਲੇ ਦਿਨ ਗੁਰੂ ਸਾਹਿਬ ਜੀ ਨੇ ਉਹ ਬੰਦੀ ਛੋੜ ਜੋ ਦਿਵਸ ਮਨਾਇਆ ਜਾਂਦਾ ਹੈ। ਉਹ ਦੀਵਾਲੀ ਵਾਲੇ ਦਿਨ ਜੋ ਭੱਟ-ਵਹੀਆਂ ਦੇ ਵਿੱਚ ਦੱਸਿਆ ਕਿ ਉਸ ਦਿਨ ਉਹ ਰਿਹਾ ਹੋਏ ਸਨ, ਜੋ 52 ਰਾਜੇ ਸਨ। ਉਸ ਸਮੇਂ ਤੋਂ ਬਾਅਦ ਕਹਿੰਦੇ ਕਿ ਕੁਛ ਦਸੰਬਰ ਦੇ ਵਿੱਚ ਦੱਸਿਆ ਜਾਂਦਾ ਹੈ ਅਤੇ ਕਿਸੇ ਇਤਿਹਾਸਕਾਰ ਨੇ ਫਰਵਰੀ ਦੇ ਵਿੱਚ ਦੱਸਿਆ ਕਿ ਗੁਰੂ ਸਾਹਿਬ ਜੀ ਅੰਮ੍ਰਿਤਸਰ ਵਿੱਚ ਪਹੁੰਚੇ ਹਨ। ਉਸ ਸਮੇਂ ਤੋਂ ਜੋ ਉਸ ਖੁਸ਼ੀ ਦੇ ਵਿੱਚ ਦੀਪ ਜਗਾਏ ਗਏ ਸਨ। ਤੇ ਪਰ ਆਮ ਜੋ ਦੀਵਾਲੀ ਦਾ ਦਿਨ ਮਨਾਇਆ ਜਾਂਦਾ ਹੈ, ਸਿੱਖ ਧਰਮ ਦੇ ਨਾਲ ਕੋਈ ਸੰਬੰਧ ਨਹੀਂ। ਤੇ ਗੁਰੂ ਸਾਹਿਬ ਨੇ ਬੜੇ ਸੋਚ, ਜੋ ਉਹਨਾਂ ਦੀ ਸੋਚ ਪਵਿੱਤਰ ਸੀ, ਅਸੀਂ ਅੱਜ ਉਹਨਾਂ ਦੀ ਸੋਚ ਤੇ ਨਹੀਂ ਚੱਲਦੇ। ਦੀਵਾਲੀ ਦਾ ਬੜਾ ਪਵਿੱਤਰ ਤਿਉਹਾਰ ਮੰਨਿਆ ਹੈ, ਪਰ ਲੋਕ ਉਸ ਪਵਿੱਤਰ ਤਿਉਹਾਰ ਨੂੰ ਸਮਝਦੇ ਨਹੀਂ, ਕਿਉਂਕਿ ਸਭ ਤੋਂ ਵੱਧ ਉਸ ਦਿਨ ਸ਼ਰਾਬਾਂ ਪੀਤੀਆਂ ਜਾਂਦੀਆਂ, ਜੂਆ ਖੇਡਿਆ ਜਾਂਦਾ ਹੈ, ਜੀਵ ਹੱਤਿਆ ਕੀਤੀ ਜਾਂਦੀ ਹੈ, ਪਟਾਕੇ ਚਲਾ ਕੇ ਹਵਾ ਨੂੰ ਪ੍ਰਦੂਸ਼ਿਤ ਕੀਤਾ ਜਾਂਦਾ ਹੈ, ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾਂਦਾ ਹੈ, ਧਰਤੀ ਨੂੰ ਪ੍ਰਦੂਸ਼ਿਤ ਕੀਤਾ ਜਾਂਦਾ ਹੈ। ਤੇ ਗੁਰੂ ਦੀ ਸਿੱਖਿਆ ਕੀ ਕਹਿੰਦੀ ਹੈ ਤੇ ਇਸ ਤੇ ਅਸੀਂ ਅਮਲ ਨਹੀਂ ਕਰਦੇ। ਗੁਰੂ ਸਾਹਿਬ ਜੀ ਕਹਿੰਦੇ ਨੇ, ਪਵਨ ਗੁਰੂ ਪਾਣੀ ਪੀਤਾ, ਮਾਤਾ ਧਰਤ ਮਹੱਤ। ਭਾਵ ਕਿ ਗੁਰੂ ਦਾ ਦਰਜਾ ਦਿੱਤਾ ਹੈ ਹਵਾ ਨੂੰ, ਤੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ, ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਤੇ ਅਸੀਂ ਇਸ ਤਿੰਨਾਂ ਚੀਜ਼ਾਂ ਦੇ ਉਲਟ ਚੱਲਦੇ ਹਾਂ। ਹਵਾ ਵੀ ਪ੍ਰਦੂਸ਼ਿਤ ਕਰਦੇ ਹਾਂ, ਪਾਣੀ ਨੂੰ ਵੀ ਪ੍ਰਦੂਸ਼ਿਤ ਕਰਦੇ ਹਾਂ, ਧਰਤੀ ਨੂੰ ਵੀ ਪ੍ਰਦੂਸ਼ਿਤ ਕਰਦੇ ਹਾਂ। ਤੇ ਜੋ ਜੂਆ ਖੇਡ ਕੇ ਜੋ ਆਪਣੀ ਲక్ష్ਮੀ ਹੈ, ਉਹ ਵੀ ਅਸਾਂ ਵਿਅਰਥ ਕਰਦੇ ਹਾਂ। ਤੇ ਇਸ ਦਿਨ ਜੋ ਹਿੰਦੂ ਧਰਮ ਦੇ ਵਿੱਚ ਲక్ష్ਮੀ ਦੀ ਪੂਜਾ ਕੀਤੀ ਜਾਂਦੀ ਹੈ, ਮਾਇਆ ਦੀ ਪੂਜਾ ਕੀਤੀ ਜਾਂਦੀ ਹੈ, ਪਰ ਦੂਸਰੇ ਪਾਸੇ ਆਦਮੀ ਹੈ ਜੋ ਜੂਆ ਖੇਡਦੇ ਆ ਤੇ ਜੋ ਲక్ష్ਮੀ ਨੂੰ ਹਾਰ ਕੇ ਆਉਂਦੇ ਹੈ। ਤੇ ਬਹੁਤ ਸਾਰੇ ਇਹੋ ਜਿਹੇ ਵੀ ਅਫਸਰ ਹਨ, ਲੀਡਰ ਹਨ, ਜਿਨ੍ਹਾਂ ਨੂੰ ਗਿਫਟ ਦੀ ਤੌਰ ਤੇ, ਤੋਹਫੇ ਦੇ ਤੌਰ ਤੇ ਰਿਸ਼ਵਤ ਦਿੱਤੀ ਜਾਂਦੀ ਹੈ। ਤੇ ਗੁਰੂ ਸਾਹਿਬ ਨੇ ਕਿਸ ਮਾਰਗ ਤੇ ਚੱਲਣ ਲਈ ਆਖਿਆ ਤੇ ਅਸੀਂ ਕਿਸ ਮਾਰਗ ਤੇ ਚੱਲੇ ਹਾਂ। ਆਮ ਵੀ ਕਹਾਵਤ ਹੈ, ਉਦਮ ਅੱਗੇ ਲక్ష్ਮੀ, ਪੱਖੇ ਅੱਗੇ ਪਾਉਣ। ਤੇ ਪਰ ਅੱਜ ਲੋਕ ਕਹਿੰਦੇ ਨੇ ਲక్ష్ਮੀ ਦੀ ਪੂਜਾ ਕਰਨੀ ਹੈ, ਪੂਜਾ ਕਰਨ ਦੇ ਨਾਲ ਲక్ష్ਮੀ ਆਉਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਵੀ ਉਦਮ ਕਰ, ਉਦਮ ਦੇ ਨਾਲ ਤੇਰਾ ਕਾਰਜ ਸਫਲ ਹੋਵੇਗਾ, ਤੇਰੇ ਕੰਮ ਸਿਰੇ ਚੜ੍ਹਨਗੇ, ਉਸ ਦੇ ਕੰਮ ਦੇ ਵਿੱਚ ਬਰਕਤ ਹੋਵੇਗੀ ਤੇ ਪੈਸਾ ਤੇਰੇ ਕੋਲੇ ਆਵੇਗਾ। ਤੇ ਕਿਸੇ ਵੀ ਗੁਰੂ ਨੇ ਇਹ ਨਹੀਂ ਕਿਹਾ ਕਿ ਤੇਰੀ ਲక్ష్ਮੀ ਪੂਜਾ ਕਰਨ ਦੇ ਨਾਲ ਤੇਰੇ ਕੋਲੇ ਧਨ ਆਵੇਗਾ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਿਹਤ ਦਿੱਤੀ ਹੈ। ਕਿਉਂਕਿ ਆਪਣਾ ਜੋ ਕਾਰਜ ਅਸੀਂ ਆਪਣੇ ਹੱਥੀਂ ਕਰਨਾ ਹੈ, ਸਾਨੂੰ ਗੁਰੂ ਸਾਹਿਬ ਨੇ ਇਹ ਕਿਰਤ ਕਰਨੀ ਸਿਖਾਈ ਹੈ, ਵਿਹਲੇ ਬੈਠਣਾ ਨਹੀਂ। ਕਿਉਂਕਿ ਕਿਰਤ ਕਰਾਂਗੇ ਤੇ ਅਸੀਂ ਸੱਚ ਦੇ ਮਾਰਗ ਤੇ ਚੱਲਾਂਗੇ। ਕਿਰਤ ਕਰਨੀ, ਵੰਡ ਕੇ ਛਕਣਾ, ਨਾਮ ਜਪਣਾ, ਇਹ ਗੁਰੂ ਸਾਹਿਬ ਨੇ ਸਾਨੂੰ ਹਦਾਇਤ ਦਿੱਤੀ ਹੈ। ਤੇ ਗੁਰੂ ਸਾਹਿਬ ਆਪ ਕਿਰਤੀ ਸਨ, ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ
ਸਾਰੇ ਗੁਰੂਆਂ ਨੇ ਕਿਸੇ ਨੇ ਇਹ ਨਹੀਂ ਕਿਹਾ ਕਿ ਤੁਸੀਂ ਵਿਹਲੇ ਬੈਠ ਕੇ ਤੇ ਕਿਸੇ ਦੀ ਪੂਜਾ ਕਰੋ ਤਾਂ ਤੁਹਾਡਾ ਆਪਦੀ ਆਪ ਪ੍ਰਸ਼ਾਦਾ ਪਾਣੀ ਆ ਜਾਵੇਗਾ। ਜਾਂ ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਵੀ ਉਹਨਾਂ ਨੇ ਕਿਹਾ ਹੈ ਕਿ ਗ੍ਰਸਤ ਨੂੰ ਵੀ ਅਪਣਾਉਣਾ ਹੈ ਤੇ ਤੁਸੀਂ ਆਲਸ ਨਹੀਂ ਕਰਨੀ। ਸਾਨੂੰ ਆਲਸੀ ਨਹੀਂ ਬਣਾਇਆ, ਉਦਮੀ ਬਣਾਇਆ। ਉਦਮ ਕਰਾਂਗੇ ਤਾਂ ਆਪਣਾ ਪਰਿਵਾਰ ਦੀ ਰੱਖਿਆ ਕਰਾਂਗੇ, ਪਰਵਰਿਸ਼ ਕਰਾਂਗੇ, ਸੇਵਾ ਸੰਭਾਲ ਕਰਾਂਗੇ। ਤੇ ਪਰ ਕਹਿੰਦੇ ਕਿਸੇ ਦੀ ਪੂਜਾ ਕਰਨ ਲక్ష్ਮੀ ਨਹੀਂ ਆਉਂਦੀ, ਪੈਸਾ ਨਹੀਂ ਆਉਂਦਾ। ਇਹ ਕਿਰਤ ਕਰਨੀ ਪੈਂਦੀ ਹੈ। ਹੁਣ ਇਸੇ ਕਰਕੇ ਕਿਹਾ ਹੈ ਕਿ ਦੀਵਾਲੀ ਦੇ ਵਾਲੇ ਦਿਨ ਸਭ ਤੋਂ ਵੱਧ ਹਵਾ ਦਾ ਪ੍ਰਦੂਸ਼ਣ ਹੁੰਦਾ ਹੈ, ਸਭ ਤੋਂ ਵੱਧ ਜੂਆ ਖੇਡਿਆ ਜਾਂਦਾ ਹੈ, ਸਭ ਤੋਂ ਵੱਧ ਨਸ਼ਾ ਕੀਤਾ ਜਾਂਦਾ ਹੈ। ਜਿਹੜੇ ਪਰਿਵਾਰ ਨਸ਼ਾ ਕਰਦੇ ਉਹ ਦੂਜਿਆਂ ਨੂੰ ਵੀ ਖਰਾਬ ਕਰਦੇ ਆ, ਆਪਦਾ ਪਰਿਵਾਰ ਵੀ ਖਰਾਬ ਕਰਦੇ ਆ, ਧਨ ਵੀ ਨਸ਼ਟ ਕਰਦੇ ਆ। ਇਹ ਫਿਰ ਕਿਸ ਤਰ੍ਹਾਂ ਆਪਾਂ ਕਹਿ ਦਈਏ ਇਹ ਪਵਿੱਤਰ ਤਿਉਹਾਰ ਹੈ। ਜੋ ਪਟਾਕਿਆਂ ਦਾ ਇਸ ਧਰਮ ਦੇ ਨਾਲ ਕੋਈ ਸੰਬੰਧ ਨਹੀਂ, ਕਿਸੇ ਵੀ ਧਰਮ ਦੇ ਨਾਲ ਪਟਾਕਿਆਂ ਦਾ ਕੋਈ ਸੰਬੰਧ ਨਹੀਂ। ਤੇ ਇਸ ਦਿਨ ਵਿੱਚ ਪਟਾਕੇ ਬੜੇ ਚਲਾਏ ਜਾਂਦੇ, ਹਵਾ ਨੂੰ ਬੜਾ ਪ੍ਰਦੂਸ਼ਿਤ ਕੀਤਾ ਜਾਂਦਾ ਹੈ। ਤੇ ਅਸੀਂ ਤਾਂ ਗੁਰੂ ਸਾਹਿਬ ਦੇ ਕਿਸੇ ਵੀ ਇੱਕ ਗੱਲ ਤੇ ਵੀ ਪੂਰੇ ਨਹੀਂ ਉਤਰੇ। ਉਹਨਾਂ ਦੇ ਇੱਕ ਵੀ ਬਚਨ ਕਮਾਇਆ ਨਹੀਂ ਹੈ। ਪਵਨ ਗੁਰੂ ਪਾਣੀ ਪੀਤਾ, ਤੇ ਨਾ ਤਾਂ ਅਸੀਂ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕ ਸਕੇ, ਨਾ ਪਾਣੀ ਨੂੰ ਪ੍ਰਦੂਸ਼ਿਤ ਕਰਨ ਤੋਂ ਰੋਕ ਸਕੇ, ਨਾ ਧਰਤੀ ਨੂੰ। ਤੇ ਹੁਣ ਕਈ ਵਾਰ ਕਹਿੰਦੇ ਵੀ ਸਿੱਖਾਂ ਦੇ ਵਿੱਚ ਦੀਵਾਲੀ ਵਾਲੇ ਦਿਨ ਜਾਂ ਹਰਿਮੰਦਰ ਸਾਹਿਬ ਉਸ ਸਥਾਨ ਤੇ ਵੀ ਸ਼ਬਦ ਗਾਇਨ ਕੀਤਾ ਜਾਂਦਾ, ਰਾਗੀਆਂ ਨੂੰ ਪੜ੍ਹਾਇਆ ਜਾਂਦਾ। ਜੋ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਇਹ ਸ਼ਬਦ ਆਉਂਦਾ ਹੈ ਕਿ ਦੀਵਾਲੀ ਕੀ ਰਾਤ ਦੀਵੇ ਬਾਲੀਆਂ। ਦੀਵਾਲੀ ਦੀ ਰਾਤ ਦੀਵੇ ਬਾਲੀ ਨੇ, ਇਹ ਸ਼ਬਦ ਦਾ ਬੜਾ ਸੁਚੱਜੇ ਢੰਗ ਨਾਲ ਕੀਰਤਨ ਕੀਤਾ ਜਾਂਦਾ ਹੈ। ਲੋਕਾਂ ਦੇ ਮਨ ਦੇ ਵਿੱਚ ਇਹੀ ਹੁੰਦਾ ਕਿ ਸਿੱਖ ਧਰਮ ਵੀ ਦੀਵਾਲੀ ਨੂੰ ਮਹਾਨਤਾ ਦਿੰਦੇ ਹੈ, ਵੀ ਉਸ ਦਿਨ ਦੀਵੇ ਬਾਲਣੇ ਜ਼ਰੂਰੀ ਹੈ। ਤੇ ਇਹ ਬਿਲਕੁਲ ਗਲਤ ਹੈ, ਕਿਉਂਕਿ ਕਿਤੇ ਵੀ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਦੀਵਾਲੀ ਨੂੰ ਦੀਵੇ ਬਾਲੋ, ਕਿਸੇ ਸਿੱਖ ਇਤਿਹਾਸ ਦੇ ਵਿੱਚ ਨਹੀਂ। ਇਹਦਾ ਕੋਈ ਕਾਰਨ ਹੈ, ਕਿਉਂਕਿ ਇਹ ਵੀ ਇੱਕ ਮਨ ਮਤ ਹੈ ਜੋ ਦੀਵੇ ਬਾਲਣਾ ਹੈ, ਜੋ ਸਾਲ ਦੇ ਵਿੱਚ ਸਿਰਫ ਇੱਕ ਦਿਨ ਦੀਵੇ ਬਾਲਿਆਂ ਕੋਈ ਚਾਨਣ ਨਹੀਂ ਹੋ ਜਾਂਦਾ। ਇਹ ਤਾਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਹਨੇਰਾ ਰਹਿਣਾ। ਇੱਕ ਦਿਨ ਦੀਵਾ ਬਾਲਣ ਨਾਲ ਕੁਛ ਨਹੀਂ ਹੁੰਦਾ। ਇੱਕ ਦਿਨ ਦੀਵਾ ਬਾਲਣ ਦੇ ਨਾਲ ਕੋਈ ਲక్ష్ਮੀ ਪ੍ਰਾਪਤ ਨਹੀਂ ਹੁੰਦੀ। ਤੇ ਭਾਈ ਗੁਰਦਾਸ ਜੀ ਨੇ ਕਿਸ ਦੀਵੇ ਦੀ ਗੱਲ ਕੀਤੀ ਹੈ ਉਹ ਸਾਨੂੰ ਸਮਝਾਇਆ ਹੀ ਨਹੀਂ। ਗੁਰੂ ਸਾਹਿਬ ਨੇ ਕਿਸ ਦੀਵੇ ਦੀ ਗੱਲ ਕੀਤੀ ਹੈ ਸਾਨੂੰ ਕਿਸੇ ਨੇ ਦੱਸਿਆ ਨਹੀਂ। ਤੇ ਇਹ ਲੋਕ ਵੀ ਇੱਕ ਭੇਡ ਦੇ ਵਾਂਗ ਇੱਕ ਦੂਜੇ ਦੇ ਮਗਰ ਚੱਲ ਪਏ ਹੈ ਕਿ ਦੀਵੇ ਬਾਲੋ, ਦੀਵੇ ਬਾਲੋ। ਤੇ ਭਾਈ ਗੁਰਦਾਸ ਜੀ ਕਹਿੰਦੇ ਹਨ, ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਤਾਰੇ ਜਾਤ ਸਨਾਤ ਅੰਬਰ ਭਾਲੀਆਂ। ਭਾਵ ਕਿ ਦੀਵਾ ਜੋ ਅਗਿਆਨ ਦਾ ਜਗਾਉਣਾ ਹੈ, ਜੋ ਪਰਮਾਤਮਾ ਦਾ ਗਿਆਨ ਹੈ। ਜਿਸ ਦਿਨ ਸਾਨੂੰ ਪਰਮਾਤਮਾ ਦਾ ਗਿਆਨ ਹੋ ਗਿਆ, ਸੋਝੀ ਹੋ ਗਈ, ਤੇ ਅਗਿਆਨ ਸਾਥੋਂ ਦੂਰ ਹੋ ਜਾਣਾ, ਅਗਿਆਨ ਦਾ ਹਨੇਰਾ ਦੂਰ ਹੋ ਜਾਣਾ ਹੈ। ਵਿਸ਼ੇ ਵਿਕਾਰਾਂ ਦਾ ਜੋ ਅੰਧੇਰਾ ਇਹ ਦੂਰ ਹੋ ਜਾਣਾ, ਸਾਨੂੰ ਸੋਝੀ ਆ ਜਾਣੀ ਹੈ, ਸਾਡਾ ਜੀਵਨ ਬਦਲ ਜਾਣਾ। ਉਹ ਪਰਮਾਤਮਾ ਦੀ ਜੋਤ ਤੇ ਸਾਡੀ ਜੋਤ ਇੱਕ ਹੋ ਜਾਣੀ ਹੈ। ਤਾਰੇ ਜਾਸਨਾਤ ਅੰਬਰ ਭਾਲੀਆਂ। ਜਿਸ ਤਰ੍ਹਾਂ ਕਹਿੰਦੇ ਰਾਤ ਨੂੰ ਤਾਰੇ ਹੁੰਦੇ ਹਨ, ਪਰ ਸੁਬਾਹ ਹੋਣ ਤੇ ਉਹ ਤਾਰੇ ਗਾਇਬ ਹੋ ਜਾਂਦੇ ਹਨ। ਇਸੇ ਤਰ੍ਹਾਂ ਜਦੋਂ ਗਿਆਨ ਦਾ ਸੂਰਜ ਚੜ੍ਹਨਾ ਹੈ ਤੇ ਸਾਡਾ ਜੋ ਅਗਿਆਨ ਦਾ ਹਨੇਰਾ ਹੈ, ਵਿਸ਼ੇ ਵਿਕਾਰਾਂ ਦਾ ਹਨੇਰਾ ਹੈ, ਇਹ ਗਿਆਨ ਦੇ ਸੂਰਜ ਦੇ ਨਾਲ
ਸਾਡਾ ਜੋ ਅਗਿਆਨ ਦਾ ਹਨੇਰਾ ਦੂਰ ਹੋ ਜਾਣਾ। ਫੁੱਲਾਂ ਦੀ ਬਗਾਤ ਚੁਣ ਚੁਣ ਚਾਲੀਆਂ ਨਾ, ਤੀਰਥ ਜਾਤੀ ਜਾਤ ਨੈਣ ਨਿਹਾਲੀਆਂ ਨਾ। ਭਾਵ ਜਿਵੇਂ ਫੁੱਲਾਂ ਦੀ ਵਾੜੀ ਦੇ ਵਿੱਚ ਫੁੱਲ ਖਿੜੇ ਹੁੰਦੇ ਹਨ, ਬੜੇ ਸ਼ੋਭਨੀਕ ਹੁੰਦੇ ਹਨ, ਤੇ ਪਰ ਕਹਿੰਦੇ ਉਹ ਫੁੱਲ ਉਸ ਸਮੇਂ ਤੱਕ ਸਹੀ ਸਲਾਮਤ ਰਹਿੰਦੇ ਹਨ ਜਦੋਂ ਤੱਕ ਉਹ ਆਪਣੀ ਡਾਲੀ ਦੇ ਨਾਲ ਜੁੜੇ ਹੁੰਦੇ ਹਨ, ਟਾਹਣੀ ਦੇ ਨਾਲ ਜੁੜੇ ਹੁੰਦੇ ਹਨ, ਆਪਣੇ ਮੂਲ ਦੇ ਨਾਲ ਜੁੜੇ ਹੁੰਦੇ ਹਨ। ਜਦੋਂ ਮੂਲ ਦੇ ਨਾਲੋਂ ਟੁੱਟ ਜਾਂਦੇ ਆ, ਆਪਣੀ ਟਾਹਣੀ ਦੇ ਨਾਲੋਂ ਟੁੱਟ ਜਾਂਦੇ ਆ, ਉਹ ਮੁਰਝਾ ਜਾਂਦੇ ਆ, ਖਰਾਬ ਹੋ ਜਾਂਦੇ ਆ। ਤੇ ਇੱਥੇ ਕਹਿੰਦੇ ਨੇ ਜੋ ਆਤਮਾ ਹੈ, ਤੇ ਜਦੋਂ ਉਹ ਪਰਮਾਤਮਾ ਤੋਂ ਦੂਰ ਹੋ ਜਾਂਦੀ ਹੈ ਤੇ ਉਹ ਕਹਿੰਦਾ ਜੀਵਨ ਬਰਬਾਦ ਹੋ ਜਾਂਦਾ। ਜੀਵਨ ਦੇ ਵਿੱਚ ਖੇੜਾ ਨਹੀਂ ਆਉਂਦਾ, ਖੁਸ਼ੀ ਨਹੀਂ ਆਉਂਦੀ, ਉਹਦਾ ਜੀਵਨ ਵਿਅਰਥ ਚਲਿਆ ਜਾਂਦਾ ਹੈ। ਤੇ ਜਿਸ ਦਿਨ ਅਸੀਂ ਉਸ ਪਰਮਾਤਮਾ ਦੇ ਨਾਲ ਜੁੜ ਗਏ, ਉਸ ਮੂਲ ਦੇ ਨਾਲ ਜੁੜ ਗਏ, ਤੇ ਸਾਡਾ ਖੇੜਾ ਬਣਾਵੇਗਾ, ਸਾਡਾ ਜੀਵਨ ਸਫਲ ਹੋ ਜਾਵੇਗਾ। ਜਿਵੇਂ ਅਸੀਂ ਤੀਰਥਾਂ ਤੇ ਜਾਂਦੇ ਹਾਂ, ਉੱਥੇ ਗੁਰੂ ਦੇ ਦਰਸ਼ਨ ਕਰਕੇ ਨੈਣ ਸਾਡੇ, ਜੋ ਅੱਖਾਂ ਸਾਡੀਆਂ ਤ੍ਰਿਪਤ ਹੋ ਜਾਂਦੀਆਂ ਹਨ, ਦਰਸ਼ਨ ਹੁੰਦੇ ਆ, ਫਿਰ ਅਸੀਂ ਵਾਪਸ ਆ ਜਾਂਦੇ ਹਾਂ, ਆਪਣੇ ਘਰ ਆ ਜਾਂਦੇ। ਇਸੇ ਤਰ੍ਹਾਂ ਉਹ ਪਰਮਾਤਮਾ ਦਾ ਇੱਕ ਘਰ ਹੈ। ਜੋ ਆਤਮਾ ਹੈ, ਆਤਮਾ ਤੇ ਪਰਮਾਤਮਾ ਦੇ ਨਾਲ ਜੁੜਦੀ ਹੈ। ਆਤਮਾ ਕਦੇ ਮਰਦੀ ਨਹੀਂ, ਆਤਮਾ ਕਦੇ ਬੁੱਢੀ ਨਹੀਂ ਹੁੰਦੀ, ਪਰ ਅਸਲੀ ਘਰ ਉਹ ਪਰਮਾਤਮਾ ਦਾ ਹੈ। ਉਹਦਾ ਸਾਨੂੰ ਸਿਮਰਨ ਕਰਨਾ ਚਾਹੀਦਾ ਹੈ। ਹਰ ਚੰਦੌਰੀ ਝਾਤ ਵਸਾਇ ਚਾਲੀਆ ਨਾ, ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆ ਨਾ। ਜਿਵੇਂ ਕਹਿੰਦੇ ਇੱਕ ਆਪਾਂ ਖਿਆਲਾਂ ਦੇ ਵਿੱਚ ਆਕਾਸ਼ ਦੇ ਵਿੱਚ ਦੇਖਦੇ ਹਾਂ ਜਾਂ ਸੁਣਦੇ ਹਾਂ ਕਿ ਰਾਜਾ ਹਰੀਚੰਦ ਦੀ ਨਗਰੀ ਹੈ, ਤੇ ਉਸਨੂੰ ਵੇਖ ਕੇ ਉਹ ਖਿਆਲਾਂ ਦੇ ਵਿੱਚ ਹੀ ਉਹ ਨਸ਼ਟ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹ ਦੁਨੀਆ ਹੈ, ਇਹ ਸੰਸਾਰ ਹੈ, ਇਹ ਵਿਨਾਸ਼ਵਾਨ ਹੈ, ਕਿਉਂਕਿ ਇਹ ਸਭ ਨੇ ਖਤਮ ਹੋ ਜਾਣਾ। ਇੱਕ ਪਰਮਾਤਮਾ ਦਾ ਨਾਮ ਹੈ ਜੋ ਕਦੇ ਖਤਮ ਨਹੀਂ ਹੁੰਦਾ, ਉਸ ਦਾ ਗਿਆਨ ਹੈ ਜੋ ਕਦੇ ਖਤਮ ਨਹੀਂ ਹੁੰਦਾ। ਜਿਸ ਸਮੇਂ ਅਸੀਂ ਉਸ ਗਿਆਨ ਨੂੰ ਸਮਝ ਜਾਵਾਂਗੇ, ਇਸ ਭਾਵ ਸਾਗਰ ਤੋਂ ਤਰ ਜਾਵਾਂਗੇ। ਤੇ ਅੱਗੇ ਕਹਿੰਦੇ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ। ਤੇ ਕਹਿੰਦੇ ਨੇ ਫਿਰ ਸੁੱਖਾਂ ਦੀ ਮਣੀ ਉਦੋਂ ਪ੍ਰਾਪਤ ਹੁੰਦੀ ਹੈ, ਸੁੱਖ ਦਾ ਫਲ ਉਦੋਂ ਮਿਲਦਾ ਹੈ, ਕਦੋਂ? ਸ਼ਬਦ ਸੰਭਾਲੀਆਂ, ਗੁਰੂ ਦਾ ਸ਼ਬਦ, ਗੁਰੂ ਦਾ ਬੋਲ, ਗੁਰੂ ਦਾ ਵਾਕ, ਗੁਰੂ ਦੇ ਬਚਨ ਜਿਸ ਸਮੇਂ ਅਸੀਂ ਆਪਣੇ ਮਨ ਦੇ ਅੰਦਰ ਵਸਾ ਲਿਆ, ਹਿਰਦੇ ਦੇ ਅੰਦਰ ਵਸਾ ਲਿਆ, ਉਸ ਸ਼ਬਦ ਦੇ ਨਾਲ ਸਾਨੂੰ ਗਿਆਨ ਹੋ ਜਾਵੇਗਾ। ਗਿਆਨ ਹੋਣ ਦੇ ਨਾਲ ਫਿਰ ਜੋ ਦੁਨੀਆ ਦਾ ਹਨੇਰਾ ਇਹ ਖਤਮ ਹੋ ਜਾਵੇਗਾ, ਅਗਿਆਨ ਦਾ ਹਨੇਰਾ ਦੂਰ ਹੋ ਜਾਵੇਗਾ। ਜਦੋਂ ਸਾਨੂੰ ਗਿਆਨ ਮਿਲ ਗਿਆ, ਉਹ ਚਾਨਣ ਮਿਲ ਜਾਵੇਗਾ, ਜੀਵਨ ਦੇ ਵਿੱਚ ਰੋਸ਼ਨੀ ਮਿਲ ਜਾਵੇਗੀ, ਸਭ ਦੁਨੀਆ ਦੀ ਸੋਝੀ ਹੋ ਜਾਵੇਗੀ ਅਸੀਂ ਕਿਸ ਕੰਮ ਲਈ ਆਏ ਹਾਂ। ਜਿਸ ਸਮੇਂ ਅਸੀਂ ਗੁਰੂ ਦੇ ਨਾਲ ਜੁੜ ਗਏ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੈ ਮੇਲੇ। ਫਿਰ ਉਸ ਪਰਮਾਤਮਾ ਦੇ ਨਾਲ ਅਸੀਂ ਜੁੜ ਜਾਵਾਂਗੇ ਤੇ ਫਿਰ ਸਦਾ ਲਈ ਸਾਡੇ ਹਿਰਦੇ ਵਿੱਚ ਵਿਗਾਸ ਹੋਵੇਗਾ, ਖੇੜਾ ਆ ਜਾਵੇਗਾ, ਰੌਣਕ ਆ ਜਾਵੇਗੀ, ਖੁਸ਼ੀਆਂ ਮਿਲ ਜਾਣਗੀਆਂ। ਤੇ ਸੋ ਅਸਲੀ ਭਾਵ ਕਿ ਸਾਡੇ ਮਨ ਦਾ ਜਦੋਂ ਦੀਵਾ ਜਗ ਗਿਆ, ਗਿਆਨ ਦਾ ਦੀਵਾ ਜਗ ਗਿਆ, ਇਹ ਹਨੇਰਾ ਦੂਰ ਹੋ ਜਾਵੇਗਾ। ਭਾਵ ਉਹ ਪਰਮਾਤਮਾ ਕਿਰਪਾ ਕਰੇ। ਜਿਸ ਦਿਨ ਸਾਡੇ ਤੇ ਉਹ ਕਿਰਪਾ ਹੋ ਗਈ, ਪਰਮਾਤਮਾ ਨੇ ਆਪਣੇ ਨਾਲ ਜੋੜ ਲਿਆ,
ਤੇ ਸਾਨੂੰ ਇਹ ਦੁਨਿਆਵੀ ਦੀਵੇ ਜਗਾਉਣ ਦੀ ਲੋੜ ਨਹੀਂ ਰਹਿਣੀ। ਜਿਵੇਂ ਦੀਵਾ ਦੂਸਰਿਆਂ ਨੂੰ ਚਾਨਣ ਕਰਦਾ, ਜਦੋਂ ਸਾਡੇ ਵਿੱਚ ਗਿਆਨ ਹੋ ਗਿਆ ਤੇ ਅਸੀਂ ਜੋ ਇਹ ਵਿਸ਼ੇ ਵਿਕਾਰਾਂ ਦਾ ਹਨੇਰਾ ਹੈ, ਅਗਿਆਨ ਦਾ ਹਨੇਰਾ ਹੈ, ਇਹ ਦੂਰ ਕਰ ਦੇਵਾਂਗੇ ਤੇ ਸਾਡਾ ਜੀਵਨ ਸਫਲ ਹੋ ਜਾਵੇਗਾ। ਅਸਲੀ ਦੀਵਾ ਜਗਾਉਣਾ, ਅਸਲੀ ਦੀਵਾਲੀ ਮਨਾਉਣੀ, ਪਰਮਾਤਮਾ ਦਾ ਨਾਮ ਜਪਣਾ, ਪਰਮਾਤਮਾ ਨੂੰ ਪ੍ਰਸੰਨ ਕਰਨਾ, ਇਹ ਅਸਲੀ ਤਿਉਹਾਰ ਹੈ। ਜੋ ਇਹ ਦੀਵਾਲੀ ਸਾਡਾ ਤਿਉਹਾਰ ਨਹੀਂ, ਕੋਈ ਸਿੱਖਾਂ ਦੇ ਨਾਲ ਕੋਈ ਸੰਬੰਧ ਨਹੀਂ। ਬੰਦੀ ਛੋੜ ਦਿਵਸ ਜੋ ਅਸੀਂ ਮਨਾਉਂਦੇ ਹਾਂ, ਉਹ ਸਾਡਾ ਸਿੱਖਾਂ ਦਾ ਤਿਉਹਾਰ ਹੈ, ਉਹ ਦੀਵਾਲੀ ਤੋਂ ਬਾਅਦ ਆਵੇਗਾ। ਸੋ ਹੋਈਆਂ ਭੁੱਲਾਂ ਦੀ ਖਿਮਾ। ਅਸੀਂ ਕਿਸੇ ਵੀ ਵਹਿਮ ਭਰਮ ਦੇ ਵਿੱਚ ਨਹੀਂ ਪੈਣਾ, ਕੋਈ ਦੀਵੇ ਨਹੀਂ ਜਗਾਉਣੇ, ਕੋਈ ਫਾਲਤੂ ਖਰਚ ਨਹੀਂ ਕਰਨਾ। ਫਾਲਤੂ ਜੋ ਦੁਕਾਨਦਾਰ ਅੱਜ ਕੱਲ੍ਹ ਮਠਿਆਈਆਂ ਵੇਚ ਰਹੇ ਹੈ, ਬਹੁਤ ਸਾਰੇ ਇਹੋ ਜਿਹੇ ਜੋ ਮਿਲਾਵਟ ਹੋ ਰਹੀ ਹੈ, ਘਰ ਦੀ ਚੀਜ਼ ਬਣਾਓ, ਘਰ ਦੀ ਖਾਓ। ਸੋ ਹੋਈਆਂ ਭੁੱਲਾਂ ਦੀ ਖਿਮਾ, ਵਾਹਿਗੁਰੂ ਕਿਰਪਾ ਕਰਨ। ਹੋਈਆਂ ਭੁੱਲਾਂ ਦਾ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ